ਵਸਾਲ ਹੋਵੇ ਕੀਰਤਨ ਸਦਾ ਵਸੋਆ ਸਿੱਧ ਹਾਸਲ ਸਭ ਜਗਤ ਦੇ ਨਾਨਕ ਆਦ ਮਤੇ ਜੀ ਕੋ ਨਾਨਕ ਆਦ ਮਤੇ ਜੀ ਕੋ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ ਪੂਜਾ ਆਸਨ ਥਾਪਨ ਸੋਆ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਬਾਬੇ ਤਾਰੇ ਚਾਰ ਚੱਕ ਤਾਰੇ ਚਾਰ ਚੱਕ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ ਪੂਜਾ ਆਸਨ ਥਾਪਨ ਸੋਆ ਜਿੱਥੇ ਬਾਬਾ ਪੈਰ ਧਰੇ ਜਿੱਥੇ ਬਾਬਾ ਪੈਰ ਧਰੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਬੱਲੋਆ ਸਿੰਘ ਬੁਕੇ ਮਿਰਗਾਵਲੀ ਪੰਨੀ ਜੈ ਲਤੀਰ ਤਰੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ ਪੂਜਾ ਆਸਨ ਥਾਪਨ ਸੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਆ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲ ਜੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਬਰਾਬਰੀ ਪੈਰੀ ਪਵਲਾ ਜਗ ਵਰਤਾਇਆ ਉਲਟਾ ਖੇਲ
ਜੱਪੀ ਰਮਕਾ ਉਲਟਾ ਖੇਲ ਖਸਮ ਦਾ ਪੈਰਾਂ ਉੱਪਰ ਸੀਸ ਨਵਾਇਆ ਕਲ ਯੁਗ ਬਾਬੇ ਤਾਰਿਆ ਕਲ ਯੁਗ ਬਾਬੇ ਤਾਰਿਆ ਕਲ ਯੁਗ ਬਾਬੇ ਤਾਰਿਆ 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 ਜਹਾਨ ਲਹਿਆ ਅਪਮਾਨ ਤਾਰਿਆ ਜਹਾਨ ਲਹਿਆ ਅਪਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧਨ ਕਹਿਆ ਤਿਨ ਜਮ ਨੇੜ ਨ ਆਇਆ ਜਿਨੀ ਤੁਧ ਨੂੰ ਧਨ ਕਹਿਆ ਤਿਨ ਜਮ ਨੇੜ ਨ ਆਇਆ ਜਿਨੀ ਤੁਧ ਨੂੰ ਧਨ ਕਹਿਆ ਮੈਂ ਮੂਰਖ ਕੀ ਕੇਤਕ ਬਾਤ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆ ਰੇ ਸੇ ਫਿਰ ਗਰਬਾਸ ਨ ਪਰਿਆ ਰੇ ਸੇ ਫਿਰ ਗਰਬਾਸ ਨ ਪਰਿਆ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਲ ਆਈ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਲ ਆਈ ਪ੍ਰਗਟ ਭਈ ਸਗਲੇ ਜੁਗ ਅੰਤ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਉਲਟਾ ਖੇਲ ਕਸਮ ਦਾ ਪੈਰਾਂ ਉੱਤੇ ਸੀਸ ਨਵਾਇਆ ਕਲ ਯੁਗ ਬਾਬੇ ਤਾਰਿਆ ਕਲ ਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਢੱਬ ਖਾਨ ਇਸ ਜਗ ਭ੍ਰਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਕ ਪਗੜੇ ਠੱਗਣ ਕੋ ਸੰਸਾਰ ਠੱਗਣ ਕੋ ਸੰਸਾਰ ਮੇਲਾ ਸੁਣ ਸ਼ਿਵਰਾਤ ਦਾ ਬਾਬੇ ਅਚਲ ਬਟਾਲੇ ਆਈ ਸਵਈਏ ਮਹੱਲੇ ਪਹਿਲੇ ਕੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀਓ ਇੱਕ ਮਨ ਪੁਰਖ ਤੇ ਆਏ ਵਰਦਾਤਾ ਇੱਕ ਮਨ ਪੁਰਖ ਤੇ ਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਸੰਤ ਸਹਾਰ ਸਦਾ ਵਿਖਿਆਤਾ ਆਸ ਚਰਨ ਲੈ ਹਿਰਦੇ ਬਸਾਮੋ ਤੋ ਪਰਮ ਗੁਰੂ ਨਾਨਕ ਗੁਣ ਗਾਓ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਨ ਵਾਰਨ ਸ਼ਬਦ ਸਰੇ ਗਾਵੇ ਗੰਭੀਰ ਧੀਰ ਮਤ ਸਾਗਰ ਗਾਵੇ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੇ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਨ ਜਾਣਿਓ ਕਬ ਕਲ ਸੁਜਸ ਗਾਵਾਂ ਗੁਰ ਨਾਨਕ
ਜਗ ਤੇਜ ਹਰੋ। ਊਦੋਂ ਅਕਰੂਰ ਬਿਦਰ ਗੁਣ ਗਾਵੇ, ਊਦੋਂ ਅਕਰੂਰ ਬਿਦਰ ਗੁਣ ਗਾਵੇ। ਸਰਬਾਤਮ ਜਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ। ਰਾਜ ਜੋਗ ਜਨ ਮਾਨਿਓ, ਰਾਜ ਜੋਗ ਜਨ ਮਾਨ। ਗਾਵੇ ਜਨ ਕਾਦ ਜੁਗਤ ਜੋਗੇਸ਼ਰ, ਹਰ ਰਸ ਪੂਰਨ ਸਰਬ ਕਲਾ। ਗਾਵੇ ਜਨ ਕਾਦ ਜੁਗਤ ਜੋਗੇਸ਼ਰ, ਹਰ ਰਸ ਪੂਰਨ ਸਰਬ ਕਲਾ। ਗਾਵੇ ਸਨਕਾਦ ਸਾਧ ਸਿਧਾਰਥ, ਮੁਨ ਜਨ ਗਾਵੇ ਅਚਲ ਛਲਾ। ਗਾਵੇ ਗੁਣ ਧੋਮ ਅਟਲ ਮੰਡਲ ਵੇ, ਭਗਤ ਪਾਏ ਰਸ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ। ਗਾਵੋ ਗੁਰੂ ਨਾਨਕ। ਕਬ ਕਲ ਸੁਜਸ ਗਾਵੋ ਗੁਰ ਨਾਨਕ। ਰਾਜ ਜੋਗ ਜਨ ਮਾਣਿਓ। ਭਗਤ ਸਾਹਿਬਾਨ ਫਰਮਾਨ ਕਰਦਿਆਂ ਕਹਿ ਰਹੇ ਹਨ ਕਿ ਬਾਣੀ ਦੀਆਂ ਪੰਕਤੀਆਂ ਆਪ ਜੀ ਦੇ ਸਾਹਮਣੇ ਨੇ। ਕੌਣ ਕੌਣ ਗਾ ਰਿਹਾ? ਇਹ ਤੇ ਸਤਯੁਗ ਦੇ ਅਵਤਾਰ ਨੇ ਜਿਹੜੇ ਗਾ ਰਹੇ ਨੇ। ਇਹ ਤੇ ਤ੍ਰੇਤੇ ਯੁੱਗ ਦੇ ਅਵਤਾਰ ਨੇ ਜਨਕ ਰਾਜਾ। ਇਹ ਤਾਂ ਪਰਸ ਜਮਦਗਨ ਰਾਮ ਇਹ ਵੀ ਗਾ ਰਹੇ ਨੇ। ਭੱਟ ਜੀ ਫਰਮਾਨ ਕਰ ਰਹੇ, ਗੁਰੂ ਨਾਨਕ ਸਾਹਿਬ ਕਲਯੁਗ ਦੇ ਅੰਦਰ ਪ੍ਰਗਟ ਹੁੰਦੇ ਨੇ, ਪਰ ਸਤਿਗੁਰ ਨੂੰ ਗਾ ਸਤਯੁਗ ਵਿੱਚ ਰਹੇ। ਸਤਯੁਗ, ਤ੍ਰੇਤਾ, ਦੁਆਪਰ ਤਿੰਨਾਂ ਯੁਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਗਾਇਆ ਜਾ ਰਿਹਾ। ਬੜੀ ਗਹਿਰੀ ਗੱਲ ਹੈ ਸੋਚਣ ਦੀ। ਬਾਣੀ ਦੇ ਅੰਦਰ ਪ੍ਰਮਾਣ ਨੇ, ਜਿਹੜਾ ਅਜੇ ਸੰਸਾਰ ਵਿੱਚ ਅਵਤਰਿਆ ਨਹੀਂ, ਜਿਹੜਾ ਸੰਸਾਰ ਵਿੱਚ ਅਵਤਾਰ ਲੈ ਕੇ ਆਇਆ ਨਹੀਂ, ਉਹਦੀ ਸਿਫਤ ਪਹਿਲਾਂ ਗਾਈ ਜਾ ਰਹੀ ਹੈ, 3 ਯੁੱਗ ਪਹਿਲਾਂ। ਦਸ ਵਈਏ ਨੇ ਕੱਲ ਭੱਟ ਜੀ ਦੇ, ਔਰ ਸਿਫਤ ਦੀਆਂ ਕਮਾਲਾਂ ਕੀਤੀਆਂ, ਔਰ ਇਹਨਾਂ ਨੇ ਅੰਤਰ ਆਤਮੇ ਇਹਨਾਂ ਚੀਜ਼ਾਂ ਨੂੰ ਦੇਖਿਆ। ਕਹਿੰਦੇ ਮੈਂ ਇੱਕ ਮਨ ਪੁਰਖ ਹੋ ਕੇ ਨਿਰੰਕਾਰ ਪਰਮਾਤਮਾ ਨੂੰ ਇੱਕ ਮਨ ਪੁਰਖ ਧਿਆਏ ਵਰਦਾਤਾ। ਜਿਨ੍ਹਾਂ ਨੇ ਧਿਆਇਆ ਨਾ ਉਹ ਹੈ ਕੌਣ ਹੈ? ਕਹਿੰਦੇ ਸੰਤ ਸਹਾਰ। ਰੱਬ ਜਿਹੜਾ ਸੰਤ ਸਹਾਰ ਹੈ, ਸੰਤਾਂ ਦਾ ਆਸਰਾ, ਸੰਤ ਸਹਾਰ ਸਦਾ ਬਖਿਆਤਾ, ਉਸ ਨੂੰ ਸੰਤ ਸਹਾਰ ਕਿਹਾ ਜਾਂਦਾ। ਮੈਂ ਉਹਦੇ ਚਰਨਾਂ ਦਾ ਧਿਆਨ ਧਰ ਕੇ ਇੱਕ ਗੱਲ ਕਹਿ ਰਿਹਾ, ਪਹਿਲਾ ਨਿਰੰਕਾਰ, ਫਿਰ ਗੁਰੂ ਨਾਨਕ ਸਾਹਿਬ ਤੈਨੂੰ ਗਾ ਰਿਹਾ। ਕਬ ਕਲ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਨ ਮਾਨਿਓ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ, ਭਗਤ ਪ੍ਰਹਿਲਾਦ ਸਤਜੁਗ ਦਾ ਅਵਤਾਰ ਹੈ। ਔਰ ਗੁਰੂ ਨਾਨਕ ਦੇਵ ਮਹਾਰਾਜ ਕਲੀ ਕਾਲ ਦੇ ਅਵਤਾਰ ਨੇ। ਗਾਵੈ ਜਨਕਾਦ ਜਨਕ ਰਾਜਾ। ਗਾਵੈ ਜਨਕਾਦ ਜੁਗਤ ਜੋਗੇਸ਼ਰ, ਹਰ ਰਸ ਪੂਰਨ ਸਰਬ ਕਲਾ। ਗਾਵੈ ਸਨਕਾਦ ਸਾਧ ਸਿਧਾਦਕ, ਮੁਨ ਜਨ ਗਾਵੈ ਅਛਲ ਛਲਾ। ਸਨਕਾਦ ਰਿਸ਼ੀ ਗਾ ਰਿਹਾ, ਰਾਜਾ ਜਨਕ ਗਾ ਰਿਹਾ, ਮੁਨੀ ਜਨ ਗਾ ਰਹੇ ਨੇ। ਗਾਵੈ ਸਨਕਾਦ ਸਾਧ ਸਿਧਾਦਕ, ਗੁਣ ਜਨ ਮੁਨ ਜਨ ਗਾਵੈ ਅਛਲ ਛਲਾ। ਗਾਵੇ ਗੁਣ ਧੂਮ ਅਟਲ ਮੰਡਲ ਵੇ। ਧਰੂ ਭਗਤ ਤੇ ਧਰੂ ਤਾਰਾ ਜਿਹੜਾ ਹੈ ਆਕਾਸ਼ ਵਿੱਚ ਟਿਕਿਆ, ਜਿਹੜਾ ਕਹਿੰਦੇ ਉਹ ਵੀ ਨਿਰੰਕਾਰ ਪਰਮਾਤਮਾ ਤੈਨੂੰ ਗਾ ਰਿਹਾ। ਮੈਂ ਕਬ ਕਲ ਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਨ ਮਾਨਿਓ। ਮੈਂ ਵੀ ਐਸੇ ਪਰਮਾਤਮਾ ਨੂੰ ਗਾ ਰਿਹਾ। ਹੁਣ ਬਾਣੀ ਦੇ ਬੜੇ ਗਹਿਰੇ ਤਲ ਤੇ ਉਤਰਨਾ ਪਏਗਾ, ਓਨਾ ਹੀ ਥੱਲੇ ਜਾਣਾ ਪਏਗਾ, ਓਨਾ ਹੀ ਪਿੱਛੇ ਜਾਣਾ ਪਏਗਾ। ਤੇ ਭੱਟ ਸਾਹਿਬ ਅਸੀਂ ਇੰਨਾ ਤਾਂ ਨਹੀਂ ਜਾ ਸਕਦੇ, ਮਨੁੱਖਾਂ ਸਾਡੇ ਅੰਦਰ ਤੇ ਵਿਤਕਰੇ ਤੇ ਤਤਕਰੇ ਹੀ ਨੇ, ਅਸੀਂ ਤੇ ਤਰਕਾਂ ਕਰਨੀਆਂ ਜਾਣਨੇ ਆ। ਆਪ ਜੀ ਫਰਮਾਨ ਕਰੋ ਕਿਵੇਂ ਗਾਇਆ ਜਾ ਰਿਹਾ ਸੀ? ਕਹਿੰਦੇ ਕਿਉਂਕਿ ਤੁਸੀਂ ਨਿਰੰਕਾਰ ਦਾ ਸੱਚ ਸਵਰੂਪ ਸੀ, ਤੇ ਨਿਰੰਕਾਰ ਦੀ ਇਬਾਦਤ ਜਿਹੜੀ ਸਤਜੁਗ ਅੰਦਰ ਹੋਈ, ਤ੍ਰੇਤੇ ਅੰਦਰ ਹੋਈ, ਦੁਆਪਰ ਅੰਦਰ ਹੋਈ, ਉਹ ਤੇਰੀ ਹੀ ਪੂਜਾ ਹੁੰਦੀ ਰਹੀ। ਤੂੰ 3 ਯੁਗਾਂ ਨੂੰ ਧਿਆਨ ਕਰਕੇ ਫਿਰ ਚੌਥੇ ਯੁੱਗ ਵਿੱਚ ਜਦੋਂ ਅਵਤਾਰ ਧਾਰਿਆ, ਤੇਰੀ 3 ਯੁਗਾਂ ਦੇ ਅੰਦਰ ਉਪਾਸ਼ਨਾ ਭਗਤਾਂ ਨੇ, ਅਵਤਾਰਾਂ ਨੇ
ਰਿਸ਼ੀਆਂ ਨੇ ਮੁਨੀਆਂ ਨੇ ਕੀਤੀ। ਕੁਰਬਾਨ ਕਰਦੇ ਆ ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹ ਕਹਿਤੇ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੇ ਸਿੱਖੈ ਸੰਗਰ ਹੋ ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲਹਿਣੇ ਸੰਗ ਹੋ, ਗੁਰੂ ਅਮਰਦਾਸ ਤਾਰਨ ਤਰਨ, ਜਨਮ ਜਨਮ ਪਾਸਰਨ ਕੋ, ਜਨਮ ਜਨਮ ਪਾਸਰਨ ਕੋ। ਉਹ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ, ਪਰਮਾਤਮਾ ਦੀ ਕਿਰਪਾ ਲੈਣ ਵਾਸਤੇ ਪਰੇ ਵਿੱਚ ਭਿੱਜ ਕੇ ਕੀਰਤਨ ਕਰਦੇ ਨੇ, ਭਗਤੀ ਕਰਦੇ ਨੇ। ਅੱਜ ਭਗਤ ਨਾਮਦੇਵ ਜੀ ਦੇ ਨਾ ਮਨ ਵਿੱਚ ਖਿਆਲ ਆਇਆ ਵੀ ਚਲੋ ਮੰਦਿਰ ਦੇ ਵਿੱਚ ਲੋਕ ਪੂਜਾ ਕਰਨ ਵਾਸਤੇ ਜਾਂਦੇ ਨੇ, ਸਿਮਰਨ ਕਰਨ ਵਾਸਤੇ ਜਾਂਦੇ ਨੇ, ਕਿੰਨਾ ਚੰਗਾ ਹੋਵੇ ਵੀ ਮੰਦਿਰ ਦੇ ਵਿੱਚ ਭਗਵਾਨ ਹੈ, ਮੈਂ ਵੀ ਉੱਥੇ ਜਾ ਕੇ ਸਿਮਰਨ ਕਰ ਲਾਂ, ਉਹਦੇ ਦਰਸ਼ਨ ਕਰ ਲਾਂ। ਤੇ ਇਹ ਵੇਖੋ ਇਹ ਜਗ੍ਹਾ ਮੌਜੂਦ ਹੈ, ਔਡ ਪਿੰਡ ਦਾ ਨਾਮ ਹੈ, ਪਰਬਣੀ ਜ਼ਿਲ੍ਹੇ ਦਾ ਨਾਮ ਹੈ, ਤੇ ਉਸ ਪਿੰਡ ਦੇ ਵਿੱਚ ਹੈ ਜਿਹੜਾ ਮੰਦਿਰ ਨਾਗਨਾਥ ਮੰਦਿਰ ਅੱਜ ਵੀ ਮੌਜੂਦ। ਉਸ ਮੰਦਿਰ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਚਲੇ ਗਏ। ਜਿਸ ਵੇਲੇ ਮੰਦਿਰ ਦੇ ਵਿੱਚ ਪ੍ਰਵੇਸ਼ ਕੀਤਾ ਹੈ ਨਾ, ਉਸ ਵੇਲੇ ਪੰਡਤ ਲੋਕ, ਬ੍ਰਾਹਮਣ ਲੋਕ, ਨੀਵੀਂ ਜਾਤ ਵਾਲਿਆਂ ਨੂੰ ਮੰਦਿਰ ਵਿੱਚ ਮੱਥਾ ਨਹੀਂ ਸੀ ਟੇਕਣ ਦਿੰਦੇ। ਉਹਨਾਂ ਨੇ ਵੇਖਿਆ ਵੀ ਨੀਵੀਂ ਜਾਤ ਵਾਲਾ ਇੱਕ ਸ਼ੀਂਬਾ, ਉਹ ਕਹਿੰਦੇ ਸੀ ਵੀ ਪਰਮਾਤਮਾ ਦਾ ਨਾਮ ਜਪਣ ਦਾ ਹੱਕ ਕੇਵਲ ਸਾਨੂੰ ਹੈ, ਉੱਚੀ ਜਾਤ ਵਾਲਿਆਂ ਨੂੰ, ਪੰਡਤਾਂ ਨੂੰ, ਬ੍ਰਾਹਮਣਾਂ ਨੂੰ। ਨੀਵੀਂ ਜਾਤ ਵਾਲਾ ਨਹੀਂ ਜਪ ਸਕਦਾ, ਉਹ ਮੰਦਿਰ ਵਿੱਚ ਆਣ ਕੇ ਪੂਜਾ ਨਹੀਂ ਕਰ ਸਕਦਾ, ਭਗਤੀ ਨਹੀਂ ਕਰ ਸਕਦਾ। ਉਹਨਾਂ ਨੇ ਭਗਤ ਨਾਮਦੇਵ ਸਾਹਿਬ ਨੂੰ ਧੱਕੇ ਮਾਰ ਕੇ ਨਾ ਇਸ ਨਾਗਨਾਥ ਮੰਦਿਰ ਦੇ ਵਿੱਚੋਂ ਬਾਹਰ ਕੱਢ ਦਿੱਤਾ। ਤੇ ਭਗਤ ਨਾਮਦੇਵ ਸਾਹਿਬ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ। ਉਹਨਾਂ ਨੇ ਵੇਖਿਆ ਵੀ ਚਲੋ ਮੰਦਿਰ ਦੇ ਵਿੱਚ ਭਗਵਾਨ ਦੀ ਪੂਜਾ, ਭਗਤੀ, ਸਿਮਰਨ ਨਹੀਂ ਕਰਨ ਦਿੰਦੇ, ਤੇ ਪਰਮਾਤਮਾ ਕੱਲਾ ਮੰਦਿਰ ਵਿੱਚ ਹੀ ਥੋੜਾ ਹੈ, ਉੱਥੇ ਹਰੇਕ ਜਗ੍ਹਾ ਤੇ। ਤੁਸੀਂ ਭਗਤ ਨਾਮਦੇਵ ਸਾਹਿਬ ਦੇ ਜਦੋਂ ਸ਼ਬਦ ਪੜ੍ਹੋਗੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ, ਇੱਕ ਭਗਤ ਨਾਮਦੇਵ ਸਾਹਿਬ ਦਾ ਸ਼ਬਦ ਆਉਂਦਾ, ਉਹ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਏ। ਵੇਖੋ ਕਿੰਨੀ ਉੱਚੀ ਅਵਸਥਾ ਦੇ ਮਾਲਕ ਨੇ ਭਗਤ ਸਾਹਿਬਾਨ ਭਗਤ ਨਾਮਦੇਵ ਸਾਹਿਬ। ਉਹ ਕਹਿੰਦੇ ਨੇ ਵੀ ਕੋਈ ਮਨੁੱਖ ਸੰਸਾਰ ਵਿੱਚ ਐਸਾ ਹੈ ਹੀ ਨਹੀਂ ਜਿਹਦੇ ਵਿੱਚ ਗੋਬਿੰਦ ਨਾ ਬੈਠਾ ਹੋਵੇ, ਜਿਹਦੇ ਵਿੱਚ ਰਾਮ ਨਾ ਬੈਠਿਆ ਹੋਵੇ, ਜਿਹਦੇ ਵਿੱਚ ਪ੍ਰਮਾਤਮਾ ਨਾ ਬੈਠਾ ਹੋਵੇ, ਹਰੇਕ ਵਿੱਚ। ਤੇ ਪੁੱਛਿਆ ਜੀ ਕਿੱਧਰ ਤੁਸੀਂ ਵੇਖਦੇ? ਇੱਕ ਉਹਨਾਂ ਦਾ ਸ਼ਬਦ ਹੋਰ ਆਉਂਦਾ, ਉਹ ਕਹਿੰਦੇ ਨੇ ਈਭੇ ਬੀਠਲ, ਉਭੇ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਗੋਬਿੰਦ ਦੇ ਅਰਥ ਵੀ ਪਰਮਾਤਮਾ ਨੇ ਤੇ ਬੀਠਲ ਦੇ ਅਰਥ ਵੀ ਪਰਮਾਤਮਾ। ਭਗਤ ਨਾਮਦੇਵ ਸਾਹਿਬ ਆਪਣੀ ਬੋਲੀ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ। ਈਬੇ ਦੇ ਅਰਥ ਨੇ, ਉਹ ਕਹਿੰਦੇ ਨੇ ਜੇ ਮੈਂ ਸੱਜੇ ਵੇਖਦਾ ਇੱਧਰ ਵੀ ਬੀਠਲ ਪਰਮਾਤਮਾ ਮੈਨੂੰ ਨਜ਼ਰ ਆਉਂਦਾ, ਜੇ ਮੈਂ ਖੱਬੇ ਵੇਖਦਾ ਇੱਧਰ ਵੀ ਪਰਮਾਤਮਾ ਮੈਨੂੰ ਨਜ਼ਰ ਆਉਂਦਾ, ਭਾਵ ਹਰੇਕ ਜਗ੍ਹਾ ਤੇ ਪਰਮਾਤਮਾ। ਉਹ ਕਹਿਣ ਲੱਗੇ ਚਲੋ ਜੇ ਮੰਦਿਰ ਦੇ ਵਿੱਚ ਇਹ ਪੰਡਤ ਲੋਕ ਮੈਨੂੰ ਸਿਮਰਨ ਭਗਤੀ ਨਹੀਂ ਕਰਨ ਦਿੰਦੇ, ਤੇ ਪਰਮਾਤਮਾ ਕੱਲਾ ਮੰਦਿਰ ਵਿੱਚ ਥੋੜਾ ਹੈ, ਹਰੇਕ ਜਗ੍ਹਾ ਤੇ ਪਰਮਾਤਮਾ ਦਾ ਨਿਵਾਸ। ਤੇ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੋਲ ਪੜ੍ਹਦੇ ਹੋ ਨਾ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਜਦੋਂ ਪਰਮਾਤਮਾ ਦੀ ਗੱਲ ਕੀਤੀ, ਉਹ ਕਹਿੰਦੇ ਨੇ ਕੋਈ ਇਹੋ ਜਿਹੀ ਜਗ੍ਹਾ ਹੈ ਹੀ ਨਹੀਂ ਜਿੱਥੇ ਪਰਮਾਤਮਾ ਦਾ ਨਿਵਾਸ ਨਹੀਂ। ਮਸਕੀਨ ਸਾਹਿਬ ਨੇ ਆਪਣੀ ਕਥਾ ਦੇ ਵਿੱਚ ਇੱਕ ਵਾਰੀ ਬਿਆਨ ਕੀਤਾ ਸੀ, ਕਹਿਣ ਲੱਗੇ ਬ੍ਰਹਿਮੰਡ ਦੇ ਵਿੱਚ ਹਰੇਕ ਜਗ੍ਹਾ ਤੇ ਹਵਾ ਹੈ, ਕਿਤੇ ਜ਼ਿਆਦਾ ਵੇਗ ਕਿਤੇ ਘੱਟ ਵੇਗ ਹੈ, ਪਰ ਵਿਗਿਆਨ ਨੇ ਸਿੱਧ ਕੀਤਾ ਹੈ ਵੀ ਇੱਕ ਇਹੋ ਜਿਹੀ ਵੀ ਜਗ੍ਹਾ ਇਸ ਬ੍ਰਹਿਮੰਡ ਦੇ ਵਿੱਚ ਹੈ ਜਿੱਥੇ ਹਵਾ ਬਿਲਕੁਲ ਨਹੀਂ। ਜੇ ਉਸ ਇਲਾਕੇ ਦੇ ਵਿੱਚ, ਉਸ ਰੇਂਜ ਦੇ ਵਿੱਚ ਕਿਤੇ ਪਲੇਨ ਪਹੁੰਚ ਜਾਏ ਨਾ, ਉਹ ਵਿਚਾਰਾ ਖਤਮ ਹੋ ਜਾਂਦਾ, ਕ੍ਰੈਸ਼ ਹੋ ਜਾਂਦਾ, ਕਿਉਂਕਿ ਉੱਥੇ ਪਤਾ ਨਹੀਂ ਕਿਹੋ ਜਿਹਾ ਸਿਸਟਮ। ਪਰ ਮਸਕੀਨ ਸਾਹਿਬ ਕਹਿਣ ਲੱਗੇ ਬ੍ਰਹਿਮੰਡ ਦੇ ਵਿੱਚ ਹਵਾ ਹਰੇਕ ਜਗ੍ਹਾ ਹੈ, ਪਰ ਇੱਕ ਜਗ੍ਹਾ ਵਿਗਿਆਨ ਨੂੰ ਲੱਭ ਗਈ ਜਿੱਥੇ ਹਵਾ ਨਹੀਂ,
ਪਰ ਬ੍ਰਹਿਮੰਡ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਨਹੀਂ, ਹਰੇਕ ਜਗ੍ਹਾ ਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੁਲਾਸਾ ਕੀਤਾ। ਮਹਾਰਾਜ ਜੀ ਕਹਿੰਦੇ ਨੇ, ਜਹ ਜਹ ਪੇਖੂ ਤਹ ਹਜੂਰ, ਦੂਰ ਕਤ ਹੋ ਨਾ ਜਾਏ। ਗੁਰੂ ਅਰਜਨ ਦੇਵ ਮਹਾਰਾਜ ਉਹ ਕਹਿਣ ਲੱਗੇ, ਅਸੀਂ ਜਿੱਥੇ ਵੀ ਵੇਖਦੇ ਹਾਂ, ਧਰਤੀ ਤੇ, ਪਤਾਲ ਤੇ, ਆਕਾਸ਼ ਵਿੱਚ, ਬ੍ਰਹਿਮੰਡ ਵਿੱਚ, ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ। ਭਗਤ ਨਾਮਦੇਵ ਸਾਹਿਬ ਉਹ ਕਹਿੰਦੇ ਨੇ ਵੀ ਚਲੋ ਕੋਈ ਗੱਲ ਨਹੀਂ, ਜੇ ਮੰਦਿਰ ਦੇ ਵਿੱਚ ਇਹਨਾਂ ਨੇ ਭਗਵਾਨ ਦੀ ਭਗਤੀ ਸਿਮਰਨ ਨਹੀਂ ਕਰਨ ਦਿੱਤਾ ਤੇ ਆਪਾਂ ਬਾਹਰ ਚੱਲਦੇ। ਉਸੇ ਵਿਚਾਰੇ ਨੇ ਆਪਣਾ ਕੱਪੜਾ ਮੋਢੇ ਤੇ ਰੱਖਿਆ ਤੇ ਨਾਗਨਾਥ ਮੰਦਿਰ ਦੇ ਬਾਰ-ਬਾਰ ਆਣ ਕੇ ਬਹਿ, ਉੱਥੇ ਬਹਿ ਕੇ ਸਿਮਰਨ ਕਰਨ ਲੱਗ ਪਏ ਨੇ, ਕੀਰਤਨ ਕਰਨ ਲੱਗ ਪਏ ਨੇ, ਇਬਾਦਤ ਕਰਨ ਲੱਗ ਪਏ ਨੇ। ਉੱਥੋਂ ਦਾ ਇਤਿਹਾਸ ਦੱਸਦਾ ਹੈ। ਅੱਜ ਵੀ ਤੁਸੀਂ ਇਹ ਗੁਰਬਾਣੀ ਦੇ ਬੋਲ ਨੇ ਜਿਹੜੇ ਮੈਂ ਸਾਂਝੇ ਕਰ ਰਿਹਾ, ਅੱਜ ਵੀ ਉੱਥੇ ਨਾਗਨਾਥ ਮੰਦਿਰ ਦੇ ਪੁਜਾਰੀ ਨੂੰ ਪੁੱਛੋ, ਉਹ ਇਸ ਹਿਸਟਰੀ ਨੂੰ ਬਿਆਨ ਕਰਕੇ ਦੱਸੇ। ਭਗਤ ਨਾਮਦੇਵ ਸਾਹਿਬ ਜਿਸ ਵੇਲੇ ਬਾਹਰ ਆਣ ਕੇ ਬਹਿ ਗਏ ਨੇ ਨਾ ਮੰਦਿਰ ਦੇ ਪਿਛਲੇ ਪਾਸੇ, ਸਿਮਰਨ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਗੁੜੰਦ ਕਰ ਲਿਆ ਤੇ ਗੁਰਬਾਣੀ ਦੇ ਬੋਲ ਉਹਨਾਂ ਨੇ ਉਚਾਰਨ ਕੀਤੇ ਨੇ। ਮੰਦਿਰ ਦਾ ਜਿਹੜਾ ਘੁੰਮ ਕੇ ਜਿਹਨੂੰ ਦੇਹਰਾ ਆਪਾਂ ਕਹਿੰਦੇ, ਉਹ ਭਗਤ ਨਾਮਦੇਵ ਜੀ ਦੇ ਚਰਨਾਂ ਵਾਲੇ ਪਾਸੇ ਆ ਗਏ। ਹੁਣ ਇੱਥੇ ਆਣ ਕੇ ਸਾਡੇ ਮਨ ਦੇ ਵਿੱਚ ਤਰਕ ਪੈਦਾ ਹੁੰਦਾ ਕਿ ਇਹ ਮੰਦਿਰ ਘੁੰਮ ਸਕਦੇ? ਗੁਰਮੁਖੋ ਸੱਚ ਜਾਣਿਆ ਜੀ, ਸਾਡੇ ਕਹਿਣ ਨਾਲ ਤੇ ਕੁਝ ਨਹੀਂ ਹੋਣਾ, ਪਰ ਬੰਦਗੀ ਕਰਨ ਵਾਲਾ ਕਵੇ ਤੇ ਪ੍ਰਮਾਤਮਾ ਧਰਤੀ ਨੂੰ ਪੁੱਠਾ ਕਰਕੇ ਰੱਖ ਸਕਦਾ। ਮੰਦਿਰ ਦੀ ਤੇ ਇੱਕ ਛੋਟੀ ਜੀ ਜਗ੍ਹਾ ਦੀ ਗੱਲ ਸ਼ੁਰੂ। ਉਹ ਭਗਤ ਨਾਮਦੇਵ ਸਾਹਿਬ ਨੇ ਜੋ ਭਾਣਾ ਵਾਪਰਿਆ, ਆਪਣੀ ਰਸਨਾ ਤੋਂ ਬੋਲ ਉਚਾਰਨ ਕੀਤੇ। ਤੇ ਮੈਂ ਬੇਨਤੀ ਕੀਤੀ, ਭਗਤ ਨਾਮਦੇਵ ਸਾਹਿਬ ਨੇ 18 ਰਾਗਾਂ ਦੇ ਵਿੱਚ 61 ਸ਼ਬਦ ਉਚਾਰਨ ਕੀਤੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦਰਜ ਨੇ। ਉਹਨਾਂ ਸ਼ਬਦਾਂ ਦੇ ਵਿੱਚ ਭਗਤ ਨਾਮਦੇਵ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਹਸਤ ਖੇਲਤ ਤੇਰੇ ਦੇਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚਲਿਓ ਪਲਟਾਏ, ਦੇਹੋਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕਾ ਦੇਹੋਰਾ ਫਿਰੇ। ਇਹ ਸੱਚ ਜੇ ਗੁਰਮੁਖੋ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਸੀਂ ਆਗਮਨ ਪੁਰਬ ਮਨਾ ਰਹੇ। ਜਦੋਂ ਕਾਬੇ ਗਏ ਨੇ ਨਾ ਮੱਕੇ ਸ਼ਹਿਰ ਦੇ ਵਿੱਚ, ਤੇ ਉੱਥੋਂ ਦੇ ਕਾਜੀ ਨੇ ਮਹਾਰਾਜ ਜੀ ਜਿਸ ਵੇਲੇ ਆਰਾਮ ਫਰਮਾ ਰਹੇ ਸਨ, ਚਰਨ ਸਤਿਗੁਰਾਂ ਦੇ ਕਾਬੇ ਵੱਲ, ਮੱਕੇ ਸ਼ਹਿਰ ਦਾ ਨਾਮ ਹੈ ਕਾਬਾ, ਉਹਨਾਂ ਦਾ ਪਵਿੱਤਰ ਅਸਥਾਨ, ਉਹਦਾ ਨਾਮ। ਉਹਨੇ ਵੇਖਿਆ ਵੀ ਕੌਣ ਹੈ ਜਿਹੜਾ ਅੱਲਾ ਖੁਦਾ ਦੇ ਘਰ ਵੱਲ ਲੱਤਾਂ ਪਸਾਰ ਕੇ ਪਿਆ। ਮਹਾਰਾਜ ਜੀ ਨੂੰ ਨੇ ਆਣ ਕੇ ਇੱਥੋਂ ਤੱਕ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਲੱਤ ਮਾਰ ਦਿੱਤੀ ਵੀ ਕਿਹੜਾ ਜਿਹੜਾ ਅੱਲਾ ਦੇ ਖੁਦਾ ਵੱਲ ਪੈਰ ਕਰਕੇ ਸੁੱਤਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਲੇ ਉਹ ਪਤਾ ਨਹੀਂ ਸੀ ਲੱਗਾ, ਜਿੱਧਰ ਅੱਲਾ ਖੁਦਾ ਦਾ ਘਰ ਨਹੀਂ, ਸਾਡੇ ਪੈਰ ਉਧਰ ਕਰਦੇ। ਉਸ ਜੀਵਨ ਰੂਪੀ ਨਾਮ ਕਾਜੀ ਨੇ ਮਹਾਰਾਜ ਜੀ ਨੂੰ ਚਰਨਾਂ ਤੋਂ, ਵੈਸੇ ਤੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਲੱਤੋਂ ਪਕੜ ਘਸੀਟਿਆ, ਮਹਾਰਾਜ ਜੀ ਨੂੰ ਲੱਤਾਂ ਤੋਂ ਫੜ ਕੇ ਦੂਸਰੇ ਪਾਸੇ ਕਰ ਦਿੱਤੇ। ਤੇ ਸਾਡਾ ਇਤਿਹਾਸ ਲਿਖਦਾ ਹੈ, ਜਿੱਧਰ ਮਹਾਰਾਜ ਜੀ ਦੇ ਚਰਨ ਕਹਿ ਦਿੱਤੇ ਸੀ, ਕਾਬਾ ਵੀ ਉਧਰ ਆਣ ਕੇ। ਤੁਸੀਂ ਮੁਸਲਮਾਨਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਉਹ ਕਹਿੰਦੇ ਨੇ ਹਾਂ ਇਹ ਇੱਕ ਵਾਰੀ ਨਹੀਂ 4 ਵਾਰੀ ਇਹ ਸਾਡਾ ਅਸਥਾਨ ਆਪਣੀ ਜਗ੍ਹਾ ਤੋਂ ਘੁੰਮ ਗਿਆ ਹੈ। ਉਹਦੀ ਹਿਸਟਰੀ ਬਕਾਇਦਾ ਲਿਖੀ, ਕਿਹਦੇ ਕਿਉਂ ਤੇ ਕਦੋਂ ਘੁੰਮਿਆ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਜਿਸ ਪਾਸੇ ਇਧਰ ਕਬ, ਮੈਂ ਇਸ ਕਰਕੇ ਉਦਾਹਰਨ ਦਿੱਤੀ ਕਿਉਂਕਿ ਸਾਡੇ ਮਨਾਂ ਦੇ ਵਿੱਚੋਂ ਤਰਕ ਨਿਕਲ ਜਾਏ। ਜਿਹੜਾ ਬੰਦਗੀ ਕਰਨ ਵਾਲਾ ਹੈ ਨਾ, ਸਿਮਰਨ ਕਰਨ ਵਾਲਾ ਹੈ, ਉਹ ਆਵਾਜ਼ ਮਾਰੇ ਤੇ ਪ੍ਰਮਾਤਮਾ ਉਸੇ ਵੇਲੇ ਹਾਜ਼ਰ ਹੋ ਕੇ ਜੋ ਭਗਤ ਆਪਣੀ ਰਸਨਾ ਤੋਂ ਕਹਿੰਦੇ ਨੇ ਉਸੇ ਤਰ੍ਹਾਂ ਸੱਚ ਹੋ ਜਾਂਦਾ। ਇਹ ਘਟਨਾ ਇੱਕ ਵਾਰੀ ਭਗਤ ਨਾਮਦੇਵ ਜੀ ਨਾਲ ਹੋਰ ਵਾਪਰੀ। ਜਿਸ ਵੇਲੇ ਉਸ ਬਾਦਸ਼ਾਹ ਨੇ ਕਹਿ ਦਿੱਤਾ ਸੀ ਭਗਤ ਨਾਮਦੇਵ ਜੀ ਨੂੰ, ਇਹ ਮਰੀ ਗਾਂ ਨੂੰ ਜੀਂਦੀ ਕਰ, ਜੇ ਨਾ ਜੀਂਦੀ ਕਰੇਗਾ ਤੇ ਤੈਨੂੰ ਮੌਤ ਦੇ ਘਾਟ ਉਤਾਰਦਾ। ਤੇ ਭਗਤ ਨਾਮਦੇਵ ਸਾਹਿਬ ਨੇ ਇਹ ਬਚਨ ਕਹੇ ਸੀ, ਭਲਿਓ ਮੇਰੇ ਕਹਿਣ ਨਾਲ ਥੋੜਾ ਕੁਝ ਹੋਣਾ, ਇਹ ਤੇ ਪ੍ਰਮਾਤਮਾ ਦੇ ਹੱਥ ਵਿੱਚ। ਕਹਿਣ ਲੱਗੇ ਜੇ ਰੱਬ ਦੇ ਹੱਥ ਵਿੱਚ ਤਾਂ ਤੂੰ ਐਵੇਂ ਦੁਹਾਈ ਪਿੱਟੀ ਜਾਣਾ, ਤੂੰ ਐਵੇਂ ਆਪਣੇ ਨੂੰ ਕਹਿੰਦਾ ਭਗਤ ਜੇ ਤੇਰੇ ਕੋਲ ਹੈ ਹੀ ਨਹੀਂ। ਕਹਿਣ ਲੱਗੇ ਮੇਰੇ ਕੋਲ ਕੋਈ ਨਹੀਂ। ਉਸ ਵੇਲੇ ਜਦੋਂ ਬਾਦਸ਼ਾਹ ਨੇ ਕਹਿ ਦਿੱਤਾ ਵੀ ਜੇ ਇਸ ਮਰੀ ਗਾਉਂ ਨੂੰ ਜਿੰਦਾ ਨਾ ਕੀਤਾ ਤੇ ਤੈਨੂੰ ਮੌਤ ਦੇ ਘਾਟ ਉਤਾਰ ਦੇਣਾ। ਹੁਣ ਵੇਖੋ ਇਸੇ ਤਰ੍ਹਾਂ ਐਲਾਨ ਕਰ ਦਿੱਤਾ ਗਿਆ। ਮੈਂ ਇਹ ਤਾਂ ਬੇਨਤੀ ਕਰ ਰਿਹਾ ਕਿਉਂਕਿ ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਉਹਨਾਂ ਦੇ ਬੋਲ ਦਰਜ।
ਕਹਿ ਲਗੇ ਜਿਸ ਵੇਲੇ ਉਸ ਸਮੇਂ ਦੀ ਸਮਾਪਤੀ ਹੋਣ ਲੱਗੀ, ਭਗਤ ਨਾਮਦੇਵ ਜੀ ਨੂੰ ਜਿੰਨਾ ਸਮਾਂ ਦਿੱਤਾ ਸੀ ਵੀ ਜੇ ਨਾ ਗਾਂ ਜੀਂਦੀ ਹੋਈ ਤੇ ਤੈਨੂੰ ਮੌਤ ਦੇ ਘਾਟ ਉਤਾਰ ਦੇਣਾ, ਉਧਰੋਂ ਸਮਾਂ ਨੇੜੇ ਪਹੁੰਚਿਆ, ਉਧਰੋਂ ਪ੍ਰਮਾਤਮਾ ਆ ਪਹੁੰਚਿਆ। ਉਸ ਵੇਲੇ ਭਗਤ ਨਾਮਦੇਵ ਸਾਹਿਬ ਨੂੰ ਪ੍ਰਮਾਤਮਾ ਨੇ ਆਪ ਆਪਣੀ ਰਸਨਾ ਤੋਂ ਬੋਲ ਕਹੇ ਸੀ, ਕਹੇ ਤਾਂ ਧਰਨ ਅਕੌਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ, ਕਹੇ ਤਾਂ ਮੋਈ ਗਊ ਦਿਓ ਜਵਾਏ। ਉਹ ਭਗਤ ਆਪਣੀ ਰਸਨਾ ਤੋਂ ਬਚਨ ਤੇ ਕਹੇ, ਜਿਹੜੇ ਲੋਕ ਤੇਰੇ ਤੇ ਤਸ਼ੱਦਦ ਢਾਉਂਦੇ ਪਏ ਨੇ, ਜਿਹੜੇ ਤੈਨੂੰ ਕਹਿੰਦੇ ਪਏ ਨੇ ਧਰਤੀ ਨੂੰ ਪੁੱਠੀ ਕਰਕੇ ਰੱਖ ਦੇਣਾ, ਇਹਦਾ ਨਾਮੋ ਨਿਸ਼ਾਨ ਖਤਮ ਕਰ ਦੇਣਾ, ਇਹ ਭਗਤੀ ਕਰਨ ਵਾਲਿਆਂ ਦੇ ਨਾਲ ਗੱਲਾਂ ਪਰਮਾਤਮਾ ਕਰਦੇ। ਭਗਤ ਨਾਮਦੇਵ ਸਾਹਿਬ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ, ਇਹ ਉਹਨਾਂ ਦੇ ਬੋਲ ਨੇ। ਉਹ ਅਸਥਾਨ ਅੱਜ ਮੌਜੂਦ ਹੈ ਗੁਰਮਖੋ। ਜਦੋਂ ਭਗਤੀ ਦੇ ਰੰਗ ਵਿੱਚ ਕੋਈ ਰੰਗਿਆ ਜਾਂਦਾ ਹੈ ਨਾ, ਉਦੋਂ ਪ੍ਰਮਾਤਮਾ ਆਪ ਉਹਨਾਂ ਦੇ ਆਣ ਕੇ ਬਖਸ਼ਿਸ਼ ਕਰਦਾ। ਤੁਸੀਂ ਆਸਾ ਕੀ ਵਾਰ ਦਾ ਸ਼ਬਦ ਕੀਰਤਨ ਰੋਜ਼ ਸਰਵਣ ਕਰਦੇ ਤੇ ਅਖੀਰਲਾ ਛੱਕਾ ਪੜ ਕੇ ਵੇਖੋ ਕਿ ਭਗਤ ਨਾਮਦੇਵ ਸਾਹਿਬ ਦੀ ਪ੍ਰਮਾਤਮਾ ਨੇ ਆਣ ਕੇ ਰੱਖਿਆ ਨਹੀਂ ਕੀਤੀ, ਬੌੜੀ ਨਹੀਂ ਕੀਤੀ। ਹਰ ਜੁਗ ਜੁਗ ਭਗਤ ਉਪਾਇਆ, ਪਹਿਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਪੁਰਬ ਮਨਾ ਰਹੇ। ਇੱਕ ਬੜਾ ਕਮਾਲ ਦਾ ਬਚਨ ਭਗਤ ਨਾਮਦੇਵ ਸਾਹਿਬ ਦੇ ਨਾਲ ਰਿਲੇਟਡ ਸਾਡੇ ਸਿੱਖ ਵਿਦਵਾਨਾਂ ਨੇ ਨੋਟ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਕਰਦੇ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੋਲ ਕਹਿੰਦੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਸਭ ਤੋਂ ਵੱਡਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਵਰਗਾ ਵੱਡਾ ਕੋਈ ਹੋਰ ਸੰਸਾਰ ਵਿੱਚ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਪੁੱਛਿਆ ਵੀ ਕਿੱਡਾ ਕੁ ਵੱਡਾ ਘਰ ਹੋਵੇਗਾ ਮਹਾਰਾਜ? 1 ਕਿੱਲੇ ਦੇ ਵਿੱਚ 2 ਕਿੱਲਿਆਂ? ਨਹੀਂ ਗੁਰਮਖੋ, ਇੱਥੇ ਬਾਹਰਲੇ ਘਰ ਦੀ ਗੱਲ ਨਹੀਂ ਜੀ ਹੁੰਦੀ ਪਈ, ਇੱਥੇ ਹਿਰਦੇ ਦੀ ਗੱਲ ਹੁੰਦੀ ਪਈ। ਹਿਰਦਾ ਕਿੱਡਾ ਵੱਡਾ ਗੁਰੂ ਨਾਨਕ ਦੇਵ ਮਹਾਰਾਜ। ਆਪ ਸੰਗਤਾਂ ਨੂੰ ਗਿਆਤ ਹੋਵੇ, ਜਿਸ ਭਗਤ ਨਾਮਦੇਵ ਸਾਹਿਬ ਨੂੰ ਲੋਕ ਨੀਵੀਂ ਜਾਤ ਵਾਲਾ ਕਹਿ ਕੇ ਪੜ੍ਹਦੇ, ਜਿਹਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਦੇ ਨੇ, ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ ਤੇ ਹਜੂਰ ਗੁਰਬਾਣੀ ਲਿਖਵਾ ਰਹੇ ਨੇ। ਤੇ ਜਦੋਂ ਭਗਤ ਨਾਮਦੇਵ ਸਾਹਿਬ ਦੀ ਬਾਣੀ ਲਿਖਣ ਦਾ ਸਮਾਂ ਆਇਆ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਮੁਸਕਰਾ ਪਏ। ਅੰਮ੍ਰਿਤਸਰ ਸਾਹਿਬ ਦੀ ਧਰਤੀ, ਰਾਮਸਰ ਸਾਹਿਬ ਅਸਥਾਨ, ਮੁਸਕਰਾ ਪਏ ਤੇ ਪੁੱਛਿਆ ਸੀ ਭਾਈ ਗੁਰਦਾਸ ਸਾਹਿਬ ਜੀ ਨੇ, ਕਹਿਣ ਲੱਗੇ ਮਹਾਰਾਜ ਬਾਣੀ ਲਿਖਵਾਉਂਦੇ ਲਿਖਵਾਉਂਦੇ ਕਿਉਂ ਮੁਸਕਰਾਏ? ਉਹ ਕਹਿਣ ਲੱਗਿਆ, ਜੈਸੇ ਭਗਤ ਦੀ ਬਾਣੀ ਸਾਡੇ ਸਾਹਮਣੇ ਆਈ ਏ, ਜਿਹਨੂੰ ਉਸ ਵੇਲੇ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ, ਉਸ ਭਗਤ ਨੂੰ ਮੰਦਰ ਦੇ ਵਿੱਚ ਵੜਨ ਦੀ ਇਜਾਜ਼ਤ ਨਹੀਂ। ਕਹਿਣ ਲੱਗਿਆ ਸਾਡੇ ਮਨ ਵਿੱਚ ਆਈ, ਭਗਤ ਨਾਮਦੇਵ ਜੀ ਕੋਈ ਗੱਲ ਨਹੀਂ ਦਿੱਤੇ ਤੇ ਹਉਮੈ ਦਾ ਰੂਹ ਜਿਹੜਾ ਸੀ ਉਹ ਵੀ ਦੂਰ ਕਰ ਦਿੱਤਾ। ਰਹਾਓ ਬੰਧਨ ਤੋੜ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਹਰੇ ਦੀਨ। ਪ੍ਰਮਾਤਮਾ ਨੇ ਪਰਉਪਕਾਰ ਕੀਤਾ, ਮਾਇਆ ਦੇ ਬੰਧਨ ਸਾਰੇ ਕੱਢ ਦਿੱਤੇ, ਮਾਇਆ ਰੂਪੀ ਜ਼ਹਿਰ ਤੋਂ ਬਚਾ ਲਿਆ। ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ। ਪ੍ਰਮਾਤਮਾ ਮੇਰਾ ਸੋਹਜ ਕੋਹਜ ਕੁਝ ਨਹੀਂ ਵੇਖਿਆ, ਆਪਣੇ ਪ੍ਰੇਮ ਦੀਆਂ ਤੰਦਾਂ ਨਾਲ ਮੈਨੂੰ ਬੰਨ ਲਿਆ। ਵੇਖਿਓ ਲਾਲਨ ਪਾਠ ਵਿੱਚ ਖੋਏ ਅਨੰਦ ਚਿਤਾ ਹਰਖੇ, ਪਤੀਨ ਜਦੋਂ ਹੰਕਾਰ ਦਾ ਪਰਦਾ ਅੱਖਾਂ ਥੱਲਿਓ ਲੱਗ ਗਿਆ, ਕਹਿਣ ਲੱਗੇ ਸਾਹਮਣੇ ਸੋਹਣਾ ਪ੍ਰਮਾਤਮਾ ਦਿਸ ਗਿਆ। ਜਿਸ ਪ੍ਰਮਾਤਮਾ ਨੂੰ ਵੇਖ ਕੇ ਮੇਰਾ ਚਿੱਤ ਜਿਹੜਾ ਸੀ ਪ੍ਰਸੰਨ ਹੋ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਧੀਨ। ਪਤਾ ਲੱਗ ਗਿਆ ਮੇਰਾ ਘਰ ਹੀ ਪ੍ਰਮਾਤਮਾ ਦਾ ਹਿਰਦਾ ਘਰ ਹੈ। ਜਿਸ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਨੇ ਆਣ ਕੇ ਟਿਕਣਾ। ਸਤਿਗੁਰੂ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਆਓ ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਮਾਣਯੋਗ ਸਕੱਤਰ ਸਾਹਿਬ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਨਮਸਕਾਰ ਗੁਰਦੇਵ ਕੋ, ਸਤਨਾਮ ਜਿਸ ਮੰਤਰ ਸੁਣਾਇਆ,
ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਆਵ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਆਨੰਦ ਗੁਣ ਨਿਧਾਨ ਧਨ ਧਨ ਗਰੀਬ ਨਿਵਾਜ। ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ। ਐਸੇ ਗੁਰ ਕੋ ਬਲ ਬਲ ਜਾਈਏ। ऐसे गुरु को बल बल जाइए। ऐसे गुरु को बल बल जाइए। आप मुकत मोहे तारे। आप मुकत मोहे तारे। ऐसे गुरु को बल बल जाइए। ऐसे गुरु को बल बल जाइए। नारायण नर अत नमस्कारे। नारायण नर अत नमस्कारे। नर अत नमस्कारे। नार पद नमस्कार। ऐसे गुरु को बल बल जाइए। ऐसे गुरु को बल बल जाइए। आप मुकत मोहे तारे। आप मुकत मोहे तारे। ऐसे गुरु को बल बल जाइए। ऐसे गुरु को बल बल जाइए। ऐसे गुरु को बल बल जाइए। कवन 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 गुण कहिए। कवन 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 गुण कहिए। अंत नहीं कछ पारे। अंत नहीं कछ पारे। लाख 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 कई कोरे। लाख 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 कई कोरे। ओ है
बल बल जाइए आप मुकत मोहे तारे आप मुकत मोहे तारे ऐसे गुर को बल बल जाइए ऐसे गुर को बल बल जाइए बिस्म 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 ही पई है बिस्म 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 ही पई है लाल गुलाल रंगा है लाल गुलाल रंगा रे कहो नानक संतन रस आई है नानक कहो नानक संतन रस आई संतन रस आई है जो तक कुंडा मुस्कान रे जो तक कुंडा मुस्कान रे ऐसे गुर को बल बल जाइए ऐसे गुर को बल बल जाइए आप मुकत मोहे तारे आप मुकत मोहे तारे ऐसे गुर को बल बल जाइए ऐसे गुर को बल बल जाइए ऐसे गुर को ऐसे गुर को ऐसे गुर को बल सातरती पई हरिया सातरती पई हरिया जिथे मेरा सतगुर बैठा आए जिथे मेरा सतगुर बैठा आए सातरती पई हरिया सातरती पई हरिया से जमुत भय हरिया से जमुत भय हरिया जिन मेरा सतगुर
ਦੇਖਿਆ ਜਾ ਜਿਨੀ ਮੇਰਾ ਸਤਿਗੁਰ ਦੇਖਿਆ ਜਾ ਸਾਧਰਤੀ ਹਰੀ ਹਰਿਆ ਸਾਧਰਤੀ ਹਰੀ ਹਰਿਆ ਜਿੱਥੇ ਮੇਰਾ ਸਤਿਗੁਰ ਬੈਠਾ ਧੰਨ ਧੰਨ ਪਿਤਾ ਧੰਨ ਧੰਨ ਗੁਰ ਧੰਨ ਧੰਨ ਸੋ ਜਨ ਨਿਜ ਜਣਿਆ ਮਾਰੇ ਧੰਨ ਧੰਨ ਸੋ ਜਨ ਨਿਜ ਗੁਰੂ ਜਣਿਆ ਮਾਰੇ ਸਾਧਰਤੀ ਹਰੀ ਹਰਿਆ ਸਾਧਰਤੀ ਹਰੀ ਧੰਨ ਧੰਨ ਗੁਰੂ ਜਿਨ ਨਾਮ ਜਿਨ ਨਾਮ ਆਰਾਧਿਆ ਜਿਨ ਨਾਮ ਆਰਾਧਿਆ ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ
ਜਿਨ ਨਾਮ ਅਰਾਧਿਆ ਜਿਨ ਨਾਮ ਅਰਾਧਿਆ ਜਿਨ ਨਾਮ ਅਰਾਧਿਆ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤੇਰੇ ਅਜਨੀ ਲਿਖੂ ਬਿਨਾ ਲਛਣਾਏ ਆਪ ਤੇਰੇ ਅਜਨੀ ਲਿਖਾ ਲਛਣਾਏ ਤਨ ਗੁਰੂ ਨਾਨਕ ਦੇਵ ਤਨ ਗੁਰੂ ਨਾਨਕ ਦੇਵ ਸਾਹਿਬ ਤਨ ਗੁਰੂ ਨਾਨਕ ਦੇਵ ਸਾਹਿਬ ਤਨ ਗੁਰੂ ਨਾਨਕ ਦੇਵ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਆਪ ਤੇਰੇ ਅਜਨੀ ਲਿਖੂ ਬਿਨਾ ਲਛਣਾਏ ਆਪ ਤੇਰੇ ਅਜਨੀ ਲਿਖਾ ਲਛਣਾਏ
ਜਨ ਸੰਗ